ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਪੰਧੇਰ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਕ੍ਰੀਏਟਿਵ ਪੰਧੇਰ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਸੀਕ੍ਰੇਟ ਡਿਸਕਸ ਕਰਨ ਜਾ ਰਿਹਾ ਹਾਂ। ਐਕਚੁਅਲੀ ਆਸਟ੍ਰੇਲੀਅਨ ਟੈਲੀਵਿਜ਼ਨ ਰਾਈਟਰ ਪ੍ਰੋਡਿਊਸਰ ਰੋਂਡਾ ਬੌਨ ਦੀ ਇਹ ਬੁੱਕ ਹੈ ਜਿਸ ਦਾ ਨਾਮ ਹੈ ਦ ਸੀਕ੍ਰੇਟ। 2006 ਦੀ ਬੈਸਟ ਸੈਲਿੰਗ ਕਿਤਾਬ ਰਹਿ ਚੁੱਕੀ ਹੈ। ਕਿ ਤੁਸੀਂ ਲਾਅ ਆਫ ਅਟਰੈਕਸ਼ਨ ਬਾਰੇ ਸੁਣਿਆ ਹੈ? ਲਾਅ ਆਫ ਅਟਰੈਕਸ਼ਨ ਕਿਸ ਨੂੰ ਕਹਿੰਦੇ ਹਨ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਜ਼ਰੀਏ ਸਮਝਾਉਣਾ ਹਾਂ। ਪ੍ਰਸਿੱਧ ਬਾਲੀਵੁੱਡ ਫਿਲਮ ਜਿਸ ਦਾ ਨਾਮ ਓਮ ਸ਼ਾਂਤੀ ਓਮ ਹੈ, ਉਸ ਵਿੱਚ ਇੱਕ ਡਾਇਲੌਗ ਸੀ ਵੀ ਅਗਰ ਤੁਸੀਂ ਕਿਸੇ ਚੀਜ਼ ਨੂੰ ਪੂਰੀ ਸ਼ਿੱਦਤ ਨਾਲ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਤੁਹਾਨੂੰ ਉਸ ਚੀਜ਼ ਵਿੱਚ ਲਾਉਣ ਦੀ ਕੋਸ਼ਿਸ਼ ਕਰਦੀ ਹੈ। ਹਾਂਜੀ, ਇਸੇ ਚੀਜ਼ ਨੂੰ ਲਾਅ ਆਫ ਅਟਰੈਕਸ਼ਨ ਕਿਹਾ ਹੈ। ਮੈਂ ਆਸ ਕਰਦਾ ਵੀ ਤੁਸੀਂ ਇਹ ਵੀਡੀਓ ਪੂਰੀ ਦੇਖੋਗੇ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਵੇ ਵੀ ਇਸ ਚੀਜ਼ ਨੂੰ ਕਿਸ ਤਰ੍ਹਾਂ ਕੰਮ ਵਿੱਚ ਲਿਆ ਜਾਂਦਾ ਹੈ। ਇਹ ਕੋਈ ਸਕੂਲ ਜਾਂ ਕਾਲਜ ਦੀ ਕਿਤਾਬ ਨਹੀਂ ਹੈ। ਇਸ ਵਿੱਚ ਇੱਕ ਲਾਅ ਦੀ ਗੱਲ ਕੀਤੀ ਆ, ਇੱਕ ਨਿਯਮ ਦੀ ਗੱਲ ਕੀਤੀ ਹੈ ਤੇ ਸਾਰਿਆਂ ਨੇ ਵੀਡੀਓ ਜ਼ਰੂਰ ਦੇਖਣੀ ਹੈ। ਹਾਂਜੀ ਦੋਸਤੋ, ਸ਼ੁਰੂ ਕਰਦੇ ਹਾਂ। ਹਾਂਜੀ ਦੋਸਤੋ, ਇਹ ਇੱਕ ਬਹੁਤ ਹੀ ਕਮਾਲ ਦੀ ਕਿਤਾਬ ਹੈ। ਇਸ ਕਿਤਾਬ ਦੀ ਆਥਰ ਨੇ ਸਾਨੂੰ ਕੁਝ ਸੀਕ੍ਰੇਟ ਦੱਸੇ ਹਨ ਆਪਣੀ ਲਾਈਫ ਦੇ। ਇੱਕ ਸਮਾਂ ਸੀ, ਮਤਲਬ ਮੈਂ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਿਹਾ, ਉਹਨਾਂ ਦੇ ਨਜ਼ਰੀਏ ਤੋਂ ਗੱਲ ਕਰ ਰਿਹਾ। ਇੱਕ ਸਮਾਂ ਸੀ ਜਦ ਮੇਰੀ ਲਾਈਫ ਵਿੱਚ ਇੱਕ ਤੋਂ ਬਾਅਦ ਇੱਕ ਨਵੀਂ ਪ੍ਰੋਬਲਮ ਆ ਰਹੀ ਸੀ ਅਤੇ ਮੈਂ ਕਾਫੀ ਜ਼ਿਆਦਾ ਪਰੇਸ਼ਾਨ ਸੀ, ਫਾਈਨੈਂਸ਼ੀਅਲ ਲਾਈਫ ਨੂੰ ਲੈ ਕੇ ਅਤੇ ਪਰਸਨਲ ਲਾਈਫ ਨੂੰ ਲੈ ਕੇ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਸਾਡਾ ਬਿਜ਼ਨਸ ਆਲਮੋਸਟ ਖਤਮ ਹੋ ਚੁੱਕਿਆ ਸੀ ਅਤੇ ਬਿਜ਼ਨਸ ਨੂੰ ਨਾ ਹੈਂਡਲ ਕਰਨ ਦੇ ਕਾਰਨ ਉਹ ਘਾਟੇ ਵਿੱਚ ਜਾ ਰਿਹਾ ਸੀ। ਇੱਕ ਦਿਨ ਮੇਰੀ ਬੇਟੀ ਨੇ ਮੈਨੂੰ ਇੱਕ ਕਿਤਾਬ ਦਿੱਤੀ ਜਿਸ ਦਾ ਨਾਮ ਸੀ ਦ ਸਾਇੰਸ ਆਫ ਗੈਟਿੰਗ ਰਿਚ। ਹੁਣ ਇਸ ਬੁੱਕ ਦੇ ਆਈਡੀਆ ਜਿਵੇਂ ਮੈਂ ਸੋਚ ਰਹੀ ਸੀ ਉਸ ਤੋਂ ਬਿਲਕੁਲ ਅਲੱਗ ਸੀ, ਲੇਕਿਨ ਪਤਾ ਨਹੀਂ ਕਿਉਂ ਇਸ ਬੁੱਕ ਵਿੱਚ ਕੁਝ ਖਾਸ ਸੀ। ਇਹ ਕਿਤਾਬ ਮੇਰੇ ਦਿਮਾਗ ਵਿੱਚ ਘੁੰਮੀ ਜਾ ਰਹੀ ਸੀ, ਪਰ ਇੱਕ ਵਾਰ ਮੈਂ ਕੋਸ਼ਿਸ਼ ਕੀਤੀ, ਮੈਂ ਇਹ ਵੀ ਕਰਕੇ ਦੇਖ ਲੈਂਦੇ ਹਾਂ। ਮੈਂ ਕੋਸ਼ਿਸ਼ ਕੀਤੀ ਕਿ ਇਸ ਕਿਤਾਬ ਵਿੱਚ ਲਿਖੇ ਸੰਦੇਸ਼ ਨੂੰ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰ ਸਕਾਂ। ਤੁਸੀਂ ਯਕੀਨ ਨਹੀਂ ਕਰੋਗੇ, ਐਵੇਂ ਕਰਨ ਨਾਲ ਤੋਂ ਬਾਅਦ ਮੇਰੀ ਪਰਸਨਲ ਅਤੇ ਫਾਈਨੈਂਸ਼ੀਅਲ ਲਾਈਫ ਵਿੱਚ ਹੈਰਾਨੀਜਨਕ ਬਦਲਾਅ ਆਇਆ। ਲੇਕਿਨ ਮੈਂ ਇੱਕ ਅਜਿਹਾ ਸੀਕ੍ਰੇਟ ਲੱਭਿਆ ਹੈ ਜੋ ਮੈਂ ਆਪਣੇ ਰੀਡਰਸ ਨੂੰ ਡਿਟੇਲ ਵਿੱਚ ਦੱਸਣਾ ਚਾਹੁੰਦੀ ਹਾਂ ਅਤੇ ਖੁਦ ਦੱਸਣਾ ਚਾਹੁੰਦੀ ਹਾਂ। ਇਸ ਲਈ ਮੈਂ ਇੱਕ ਫਿਲਮ ਬਣਾਉਣ ਦੀ ਵੀ ਸੋਚੀ ਸੀ। ਮੈਂ ਆਪਣੇ ਪੈਸੇ ਇਕੱਠੇ ਕੀਤੇ US ਜਾਣ ਲਈ ਅਤੇ ਇਸ ਸਫ਼ਰ ਦੌਰਾਨ ਮੈਂ ਹਰ ਉਸ ਟੀਚਰ, ਰਾਈਟਰ, ਸਪੀਕਰ ਨੂੰ ਮਿਲੀ, ਉਹਨਾਂ ਕੋਲ ਗਈ, ਉਹਨਾਂ ਨੂੰ ਪੁੱਛਿਆ ਕਿ ਇਹ ਲਾਅ ਆਫ ਅਟਰੈਕਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ। ਜੋ ਵੀ ਇਸ ਬਾਰੇ ਜਾਣਦਾ ਸੀ ਮੈਂ ਉਹਨਾਂ ਸਾਰਿਆਂ ਨਾਲ ਮੈਂ ਗੱਲਬਾਤ ਕੀਤੀ ਜਿਨ੍ਹਾਂ ਕੋਲ ਮੈਂ ਜਾ ਸਕਦੀ ਸੀ। ਉਹਨਾਂ ਨੇ ਉਹ ਦੱਸਿਆ ਜੋ ਵੀ ਉਹ ਜਾਣਦੇ ਸੀ ਲਾਅ ਆਫ ਅਟਰੈਕਸ਼ਨ ਬਾਰੇ। $3 ਮਿਲੀਅਨ ਖਰਚ ਕਰਕੇ ਇੱਕ ਫਿਲਮ ਤਿਆਰ ਕੀਤੀ, ਲੇਕਿਨ ਇਸ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਕਿਉਂਕਿ ਇਸ ਨੂੰ ਇਸ ਲਾਇਕ ਨਹੀਂ ਸਮਝਿਆ ਗਿਆ ਕਿ ਇਸ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤਾ ਜਾਵੇ। ਪਰ ਪਾਣੀ ਨੂੰ ਰਾਹ ਦਿਖਾਉਣਾ ਨਹੀਂ ਪੈਂਦਾ, ਪਾਣੀ ਆਪਣਾ ਰਾਹ ਆਪ ਬਣਾ ਲੈਂਦਾ ਹੈ। ਇਸ ਫਿਲਮ ਨੂੰ ਇੰਟਰਨੈਟ 'ਤੇ ਬਹੁਤ ਡਾਊਨਲੋਡ ਕੀਤਾ ਗਿਆ ਅਤੇ ਇਸ ਦੀਆਂ ਬਹੁਤ ਸਾਰੀਆਂ DVDs ਵੀ ਵਿਕੀਆਂ। ਇਕੱਲੇ US ਅੰਦਰ 2 ਲੱਖ ਤੋਂ ਜ਼ਿਆਦਾ ਕਾਪੀਆਂ ਇਹਦੀਆਂ ਵਿਕ ਗਈਆਂ। ਪਰ ਇਸ ਤਰ੍ਹਾਂ ਨਹੀਂ ਹੈ ਕਿ ਇਸ ਕਿਤਾਬ ਨੂੰ ਫਿਲਮ ਦੀ ਕਾਮਯਾਬੀ ਪਿੱਛੇ ਲਿਖ ਦਿੱਤਾ ਗਿਆ ਕਿ ਫਿਲਮ ਚੱਲ ਪਈ ਅਤੇ ਕਿਤਾਬ ਵੀ ਚੱਲ ਪਵੇਗੀ। ਪਰ ਅਸਲ ਵਿੱਚ ਦੋਸਤੋ, ਇਹ ਕਿਤਾਬ ਆਪਣੇ ਆਪ ਵਿੱਚ ਪਾਵਰਫੁਲ ਟੂਲ ਹੈ। ਅਗਰ ਯਕੀਨ ਨਹੀਂ ਆਉਂਦਾ ਤਾਂ ਅੱਗੇ ਆ ਜਾਵੇਗਾ। ਹਾਂਜੀ, ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਲੈਸਨ ਕਿ ਲਾਅ ਆਫ ਅਟਰੈਕਸ਼ਨ ਕੀ ਹੁੰਦਾ ਹੈ, ਜਿਸ ਦੀ ਗੱਲ ਹੋ ਰਹੀ ਹੈ, ਇਹ ਕਿਵੇਂ ਕੰਮ ਕਰਦਾ ਹੈ। ਹੁਣ ਇਸ ਲਾਅ ਆਫ ਅਟਰੈਕਸ਼ਨ ਇਸ ਕਿਤਾਬ ਦਾ ਸੀਕ੍ਰੇਟ ਹੈ। ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਬੋਲਦੇ ਹਨ ਕਿ ਜਿਵੇਂ ਅਸੀਂ ਸੋਚਦੇ ਹਾਂ ਉਵੇਂ ਦਾ ਹੋ ਜਾਂਦਾ ਹੈ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਚੀਜ਼ ਦੇ ਉੱਤੇ ਅਸੀਂ ਆਪਣਾ ਪੂਰਾ ਫੋਕਸ ਪਾਉਂਦੇ ਹਾਂ, ਜਿੱਦਾਂ ਦੇ ਹਾਲਾਤਾਂ 'ਤੇ ਅਸੀਂ ਪੂਰਾ ਫੋਕਸ ਪਾਉਂਦੇ ਹਾਂ, ਜਿਸ ਤਰ੍ਹਾਂ ਦਾ ਅਸੀਂ ਸੋਚਦੇ ਹਾਂ, ਉਹੀ ਚੀਜ਼ਾਂ ਅਸਲ ਵਿੱਚ ਉਹਨਾਂ ਚੀਜ਼ਾਂ ਨੂੰ ਅਸੀਂ ਅਟਰੈਕਟ ਕਰ ਲੈਂਦੇ ਹਾਂ। ਚਾਹੇ ਉਹ ਆਪਣੀ ਹੈਪੀ ਲਾਈਫ ਹੋਵੇ ਜਾਂ ਫਿਰ ਉਹ ਪੈਸਿਆਂ ਦੇ ਰਿਲੇਟਡ ਹੋਵੇ। ਅਗਰ ਇਹਨਾਂ ਚੀਜ਼ਾਂ 'ਤੇ ਅਸੀਂ ਫੋਕਸ ਕਰਾਂਗੇ, ਉਹ ਚੀਜ਼ਾਂ ਸਾਡੇ ਵੱਲ ਅਟਰੈਕਟ ਹੋ ਜਾਂਦੀਆਂ ਹਨ।
ਆਕਰਸ਼ਿਤ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ, ਕਿਉਂਕਿ ਇਹਨਾਂ ਚੀਜ਼ਾਂ ਦੀ ਵੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ। ਇਸ ਯੂਨੀਵਰਸ ਵਿੱਚ ਅਲੱਗ-ਅਲੱਗ ਕਿਸਮ ਦੀ ਆਪਣੀ ਫ੍ਰੀਕੁਐਂਸੀ ਵਾਈਬਰੇਟ ਕਰਦੀ ਹੈ। ਮਤਲਬ ਹਰ ਇੱਕ ਇਨਸਾਨ ਆਪਣੇ ਪਰਸਨਲ ਲੈਵਲ 'ਤੇ ਆਪਣੀ ਫ੍ਰੀਕੁਐਂਸੀ ਵਾਈਬ੍ਰੇਸ਼ਨ ਬਣਾ ਰਿਹਾ ਹੈ। ਸੋਚੋ, ਅਤੇ ਉਸ ਦੀ ਛੋਟੀ ਜਿਹੀ ਐਨਰਜੀ ਫੀਲਡ ਹੈ ਇਸ ਵੱਡੇ ਐਨਰਜੀ ਫੀਲਡ ਵਿੱਚ ਕੰਮ ਕਰ ਰਿਹਾ ਹੈ, ਅਤੇ ਮਤਲਬ ਅਸੀਂ ਇੱਕ ਟਰਾਂਸਮਿਸ਼ਨ ਟਾਵਰ ਦੀ ਤਰ੍ਹਾਂ ਹਾਂ ਜੋ ਕਿ ਫ੍ਰੀਕੁਐਂਸੀ ਬ੍ਰੌਡਕਾਸਟ ਕਰ ਰਿਹਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਦਿਮਾਗ ਵਿੱਚ ਜੋ ਫ੍ਰੀਕੁਐਂਸੀ ਨਿਕਲੇਗੀ ਉਹੀ ਯੂਨੀਵਰਸ ਵਿੱਚ ਜਾਵੇਗੀ, ਅਤੇ ਉਹੀ ਵਿਚਾਰ ਬਣ ਕੇ ਉਹ ਚੀਜ਼ਾਂ ਸਾਡੇ ਵੱਲ ਅਟਰੈਕਟ ਹੋਣਗੀਆਂ। ਜਿੱਦਾਂ ਦੀ ਫ੍ਰੀਕੁਐਂਸੀ ਹੋਵੇਗੀ ਉਸੇ ਤਰ੍ਹਾਂ ਦੇ ਚੀਜ਼ਾਂ ਸਾਡੇ ਕੋਲ ਆਉਣਗੀਆਂ। ਇਸ ਦਾ ਫਾਇਦਾ ਇਹ ਹੋਵੇਗਾ ਕਿ ਅਲੱਗ-ਅਲੱਗ ਚੀਜ਼ਾਂ ਆਪਾਂ ਅਟਰੈਕਟ ਕਰ ਸਕਦੇ ਹਾਂ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਜਿੰਨੇ ਵੀ ਸਾਡੇ ਆਲੇ ਦੁਆਲੇ ਅਮੀਰ ਲੋਕ ਹਨ ਅਤੇ ਉਹਨਾਂ ਦੇ ਦਿਮਾਗ ਵਿੱਚ ਦੇਖਿਆ ਜਾਵੇ ਤਾਂ ਹਰ ਵੇਲੇ ਪੈਸੇ ਦੀ ਗੱਲ ਚੱਲਦੀ ਹੈ। ਲੋਕ ਵੀ ਕਹਿੰਦੇ ਹਨ ਕਿ ਇਹਨਾਂ ਦੇ ਦਿਮਾਗ ਵਿੱਚ ਪੈਸਾ ਹੈ। ਇਸੇ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਅਟਰੈਕਟ ਕਰਦੇ ਹਨ ਆਪਣੇ ਵੱਲ। ਉਹ ਜ਼ਿਆਦਾ ਪੈਸਿਆਂ ਬਾਰੇ ਸੋਚਦੇ ਹਨ ਅਤੇ ਸੋਚਦੇ ਹਨ ਕਿ ਜ਼ਿਆਦਾ ਪੈਸਾ ਕਿਵੇਂ ਕਮਾਇਆ ਜਾ ਸਕੇ। ਇਸ ਦੀ ਇੱਕ ਸੌਖੀ ਜਿਹੀ ਐਗਜ਼ਾਮਪਲ ਦੇ ਮੈਂ ਤੁਹਾਨੂੰ ਸਮਝਾਉਂਦਾ। ਤੁਸੀਂ ਇਸ ਐਗਜ਼ਾਮਪਲ ਨੂੰ ਆਪਣੇ ਨਾਲ ਰਿਲੇਟ ਵੀ ਕਰ ਸਕਦੇ ਹੋ। ਮੰਨ ਲਓ ਇੱਕ ਗਰੀਬ ਆਦਮੀ ਹੈ ਅਤੇ ਦੂਜੇ ਪਾਸੇ ਇੱਕ ਅਮੀਰ ਆਦਮੀ ਹੈ। ਹੁਣ ਦੋਨਾਂ ਨੂੰ ਰਾਤੋਂ ਰਾਤ ਇੱਕ ਝਟਕੇ ਵਿੱਚ ਅਮੀਰ ਆਦਮੀ ਨੂੰ ਗਰੀਬ ਬਣਾ ਦਿਓ ਅਤੇ ਗਰੀਬ ਆਦਮੀ ਨੂੰ ਰਾਤੋਂ ਰਾਤ ਅਮੀਰ ਬਣਾ ਦਿਓ। ਅਤੇ ਗਰੀਬ ਨੂੰ ਹੁਣ ਅਮੀਰਾਂ ਵਾਲੀ ਜ਼ਿੰਦਗੀ ਜੀਣ ਦਿਓ ਅਤੇ ਅਮੀਰ ਨੂੰ ਗਰੀਬਾਂ ਵਾਲੀ ਜ਼ਿੰਦਗੀ ਜੀਣ ਦਿਓ। ਮਗਰ ਐਵੇਂ ਨਹੀਂ ਹੈ। ਮੈਂ ਕਹਿੰਦਾ ਹਾਂ ਕਿ ਇਹਨਾਂ ਦੋਵਾਂ ਨੂੰ ਕੁਝ ਸਾਲ ਐਵੇਂ ਹੀ ਰਹਿਣ ਦਿਓ। ਫਿਰ ਦੇਖੋ, ਕੁਝ ਸਾਲ ਇਹਨਾਂ ਦੋਵਾਂ ਨੂੰ ਮਿਲੋ ਨਾ। ਫਿਰ ਕੁਝ ਸਾਲਾਂ ਬਾਅਦ ਇਹਨਾਂ ਨੂੰ ਦੇਖਿਓ ਵੀ ਜੋ ਗਰੀਬ ਆਦਮੀ ਹੈ ਉਸਨੂੰ ਉਹਦਾ ਮਾਈਂਡਸੈਟ ਉਸੇ ਤਰ੍ਹਾਂ ਦਾ ਹੈ ਵੀ ਪੈਸਾ ਕਿੱਥੇ ਖਰਚਣਾ ਹੈ, ਮੈਂ ਪੈਸਾ ਕਿਸ ਨੂੰ ਦੇਣਾ ਹੈ। ਬਟ ਦੂਜੇ ਪਾਸੇ ਅਮੀਰ ਆਦਮੀ ਨੂੰ ਆਦਤ ਹੁੰਦੀ ਹੈ ਏਸੀ ਵਿੱਚ ਸੌਣ ਦੀ, ਅਤੇ ਉਹ ਆਪਣਾ ਦਿਮਾਗ ਲੜਾਏਗਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਿਵੇਂ ਕਮਾਵਾਂ, ਕਿਵੇਂ ਮਿਹਨਤ ਕਰਾਂ, ਅਤੇ ਉਹ ਦਿਨ ਰਾਤ ਇੱਕ ਕਰ ਦੇਗਾ ਅਮੀਰ ਹੋਣ ਲਈ। ਇਹ ਸਾਰਾ ਕੁਛ ਬੰਦੇ ਦੇ ਮਾਈਂਡ ਸੈੱਟ ਉੱਤੇ ਹੁੰਦਾ ਹੈ, ਅਤੇ ਇਸੇ ਕਰਕੇ ਹੀ ਅਮੀਰ ਆਦਮੀ ਦੁਬਾਰਾ ਅਮੀਰ ਬਣ ਜਾਵੇਗਾ ਅਤੇ ਗਰੀਬ ਆਦਮੀ ਆਪਣੀ ਪੈਸਾ ਉਡਾਉਣ ਦੀ ਆਦਤ ਕਰਕੇ ਦੁਬਾਰਾ ਗਰੀਬ ਬਣ ਜਾਵੇਗਾ। ਕਿਉਂਕਿ ਗਰੀਬ ਆਦਮੀ ਜ਼ਿਆਦਾਤਰ ਨੈਗੇਟਿਵ ਚੀਜ਼ਾਂ ਨੂੰ ਅਟਰੈਕਟ ਕਰ ਰਿਹਾ ਸੀਗਾ ਕਿ ਮੈਂ ਕਿਸ ਨੂੰ ਪੈਸੇ ਦੇਣੇ ਹਨ, ਮੇਰੇ ਇਹ ਖਰਚੇ ਰਹਿੰਦੇ ਹਨ, ਇਹ ਖਰਚੇ ਰਹਿੰਦੇ ਹਨ। ਬਟ ਦੂਜੇ ਪਾਸੇ ਅਮੀਰ ਆਦਮੀ ਪੋਜ਼ੀਟਿਵਿਟੀ ਵੱਲ ਫੋਕਸ ਕਰਦਾ ਸੀ ਕਿ ਮੈਂ ਇਸ ਤੋਂ ਪੈਸਾ ਕਮਾ ਸਕਦਾ, ਮੈਂ ਐਵੇਂ ਕਰ ਸਕਦਾ, ਪੋਜ਼ੀਟਿਵ ਚੀਜ਼ਾਂ ਦੇਖਦਾ ਸੀ। ਇਸੇ ਕਰਕੇ ਲੈਸਨ ਨੰਬਰ 2 ਕਿ ਲਾਅ ਆਫ ਅਟਰੈਕਸ਼ਨ ਨੂੰ ਯੂਜ਼ ਕਿਵੇਂ ਕੀਤਾ ਜਾ ਸਕਦਾ ਹੈ, ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਧਿਆਨ ਨਾਲ ਸੁਣਿਓ, ਇਹ ਬਹੁਤ ਸੌਖਾ ਹੈ। ਪਹਿਲਾਂ ਦਿਮਾਗ ਵਿੱਚ ਹਮੇਸ਼ਾ ਕਲੀਅਰ ਰੱਖੋ ਕਿ ਤੁਹਾਨੂੰ ਕੀ ਚਾਹੀਦਾ ਹੈ। ਇੱਕ ਵਿਸ਼ ਹੋਣੀ ਚਾਹੀਦੀ ਹੈ ਤੁਹਾਡੀ। ਮੈਨੂੰ ਨਾ ਦੱਸੋ, ਯੂਨੀਵਰਸ ਨੂੰ ਦੱਸੋ। ਮੈਂ ਨਹੀਂ ਸੁਣਨਾ, ਯੂਨੀਵਰਸ ਨੇ ਸੁਣਨਾ ਹੈ ਵੀ ਤੁਹਾਨੂੰ ਕੀ ਚਾਹੀਦਾ ਹੈ। ਸਟੈਪ ਨੰਬਰ 2 ਹੈ ਵੀ ਵਿਸ਼ਵਾਸ ਕਰਨਾ ਸਿੱਖੋ। ਇਸ ਤਰ੍ਹਾਂ ਐਕਟਿੰਗ ਕਰੋ ਵੀ ਮੈਨੂੰ ਉਹ ਸਭ ਮਿਲ ਚੁੱਕਾ ਹੈ। 14 ਅਗਸਤ 2018 ਮੈਂ ਆਪਣੇ ਛੋਟੇ ਭਰਾ ਨੂੰ ਪ੍ਰੋਮਿਸ ਕੀਤਾ ਸੀ ਵੀ ਤੈਨੂੰ ਮੈਂ 1 ਸਾਲ ਦੇ ਅੰਦਰ ਕੈਨੇਡਾ ਭੇਜ ਦੇਵਾਂਗਾ। ਅਤੇ ਅਸੀਂ ਦੋਵੇਂ ਭਰਾ ਇਮੈਜੀਨੇਸ਼ਨ ਕਰਦੇ ਸੀ ਵੀ ਮੇਰੇ ਛੋਟੇ ਭਰਾ ਦਾ ਵੀਜ਼ਾ ਲੱਗ ਚੁੱਕਿਆ ਹੈ ਅਤੇ ਅਸੀਂ ਉਸਨੂੰ ਛੱਡਣ ਦਿੱਲੀ ਜਾ ਰਹੇ ਹਾਂ। ਅਸੀਂ ਇਮੈਜੀਨੇਸ਼ਨ ਕੀਤੀ, ਵਿਸ਼ਵਾਸ ਕੀਤਾ, ਅਤੇ ਉਸ ਕਰਕੇ 13 ਅਗਸਤ 2019 ਮੇਰਾ ਭਰਾ ਕੈਨੇਡਾ ਦੀ ਫਲਾਈਟ ਚੜ੍ਹ ਚੁੱਕਾ ਸੀ। ਇਸ ਨੂੰ ਕਹਿੰਦੇ ਹਨ ਲਾਅ ਆਫ ਅਟਰੈਕਸ਼ਨ। ਜੋ ਤੁਸੀਂ ਮੰਗਦੇ ਹੋ ਉਸ ਨੂੰ ਫੀਲ ਕਰੋ, ਵਿਸ਼ਵਾਸ ਕਰੋ, ਅਤੇ ਉਹ ਚੀਜ਼ ਤੁਹਾਨੂੰ ਮਿਲ ਜਾਵੇਗੀ। ਸਟੈਪ ਨੰਬਰ 3 ਬਹੁਤ ਸਿੰਪਲ ਅਤੇ ਆਸਾਨ ਹੈ। ਮੰਗੀਆਂ ਹੋਈਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ, ਇਸ ਕਰਕੇ ਵਧੀਆ ਫੀਲ ਕਰੋ। ਇੱਥੇ ਯੂਨੀਵਰਸ ਨੂੰ ਦੱਸਣ ਲਈ ਕਿਉਂ ਕਿਹਾ ਗਿਆ ਹੈ, ਕਿਉਂਕਿ ਯੂਨੀਵਰਸ ਨੂੰ ਆਰਡਰ ਦੇਣਾ ਪੈਂਦਾ ਹੈ। ਫੋਰ ਐਗਜ਼ਾਮਪਲ, ਅਗਰ ਤੁਸੀਂ ਹੋਟਲ ਜਾਂਦੇ ਹੋ ਤਾਂ ਉੱਥੇ ਆਰਡਰ ਦਿੰਦੇ ਹੋ ਤਾਂ ਉਹ ਆਰਡਰ ਤੁਹਾਡੇ ਕੋਲ ਆ ਜਾਂਦਾ ਹੈ। ਨਹੀਂ, ਜੇ ਤੁਸੀਂ ਆਰਡਰ ਨਹੀਂ ਦੇਵੋਗੇ ਤਾਂ ਹੋਟਲ ਵਾਲਿਆਂ ਨੂੰ ਸੁਪਨਾ ਨਹੀਂ ਆਉਂਦਾ ਕਿ ਤੁਹਾਨੂੰ ਕੀ ਚਾਹੀਦਾ ਹੈ। ਤੁਹਾਨੂੰ ਆਰਡਰ ਦੇਣਾ ਪੈਂਦਾ ਹੈ। ਇਸੇ ਤਰ੍ਹਾਂ ਯੂਨੀਵਰਸ ਨੂੰ ਵੀ ਜੋ ਆਪਾਂ ਨੂੰ ਚਾਹੀਦਾ ਹੈ ਉਸ ਦਾ ਆਰਡਰ ਦੇਣਾ ਪੈਂਦਾ ਹੈ। ਪੇੜ ਪੌਦਿਆਂ ਨੂੰ ਵਧਣ ਲਈ ਕੋਈ ਐਫਰਟ ਨਹੀਂ ਲਾਉਣੇ ਪੈਂਦੇ। ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਮੰਨ ਲਵੋ ਕਿ ਮੈਨੂੰ ਇੱਕ ਨਵੀਂ ਕਾਰ ਚਾਹੀਦੀ ਹੈ, ਅਤੇ ਹੁਣ ਜੇ ਨਵੀਂ ਕਾਰ ਚਾਹੀਦੀ ਹੈ ਐਵੇਂ ਤਾਂ ਉਹ ਮਿਲਣੀ ਨਹੀਂ। ਪਹਿਲਾਂ ਉਸ ਦਾ ਐਕਸਪੀਰੀਅੰਸ ਲੈਣਾ ਹੋਵੇਗਾ। ਪਹਿਲਾਂ ਕਾਰ ਨੂੰ ਮੈਂ ਚੰਗੀ ਤਰ੍ਹਾਂ ਦੇਖਾਂਗਾ, ਫਿਰ ਉਸ ਕਾਰ ਦੇ
ਅੰਦਰ ਬੈਠਾਂਗਾ, ਉਸ ਨੂੰ ਫੀਲ ਕਰਾਂਗਾ, ਉਸ ਦੀ ਟੈਸਟ ਡਰਾਈਵ ਲਵਾਂਗਾ, ਉਸ ਦੇ ਇੰਟੀਰੀਅਰ ਐਕਸਟੀਰੀਅਰ ਨੂੰ ਹੱਥ ਲਾ ਕੇ ਫੀਲ ਕਰਾਂਗਾ ਅਤੇ ਮੈਂ ਵੀ ਚਲਾ ਕੇ ਦੇਖਾਂਗਾ, ਕਿਉਂਕਿ ਉਹ ਕਾਰ ਮੇਰੇ ਦੋਸਤ ਕੋਲ ਵੀ ਹੈ ਅਤੇ ਉਸ ਨੂੰ ਚਲਾਉਂਦੇ ਹੋਏ ਦੇਖਾਂਗਾ। ਇਸ ਤਰ੍ਹਾਂ ਕਰਨ ਨਾਲ ਮੇਰੇ ਅੰਦਰ ਇੱਕ ਇੱਛਾ ਆਵੇਗੀ ਕਿ ਮੈਨੂੰ ਵੀ ਇਸੇ ਤਰ੍ਹਾਂ ਦੀ ਕਾਰ ਚਾਹੀਦੀ ਹੈ ਕਿ ਮਿਲੂਗੀ ਕਿਵੇਂ ਮਿਲੇਗੀ। ਐਵੇਂ ਕਰਕੇ ਤੁਸੀਂ ਆਪਣਾ ਫਸਟ ਸਟੈਪ ਪੂਰਾ ਕਰ ਲਿਆ ਹੈ। ਨੈਕਸਟ ਸਟੈਪ ਇਹ ਹੈ, ਬਸ ਤੁਸੀਂ ਸੋਚਦੇ ਰਹੋ ਮੈਨੂੰ ਉਹ ਕਾਰ ਮਿਲ ਚੁੱਕੀ ਹੈ, ਹੁਣ ਇਹ ਚੀਜ਼ ਕਰਨ ਨਾਲ ਫਾਇਦਾ ਕੀ ਹੈ। ਇਹ ਚੀਜ਼ ਕਰਨ ਨਾਲ ਇਹ ਫਾਇਦਾ ਹੈ, ਅਗਰ ਤੁਸੀਂ ਇਹ ਚੀਜ਼ ਨਹੀਂ ਕਰੋਗੇ ਤਾਂ ਵਾਈਬ੍ਰੇਸ਼ਨ ਦੂਰ ਰਹਿਣਗੀਆਂ, ਉਹ ਅਚੀਵ ਕਰਨਾ ਬਹੁਤ ਦੂਰ ਦੀ ਗੱਲ। ਤੁਸੀਂ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਜੋ ਤੁਹਾਡੇ ਸੁਪਨੇ ਹਨ ਉਹਨਾਂ ਦੀ ਫੋਟੋ ਕਾਰਡਬੋਰਡ ਉੱਤੇ ਲਗਾ ਦਿਓ ਅਤੇ ਉਸ ਨੂੰ ਬਾਰ-ਬਾਰ ਦੇਖੋ। ਐਵੇਂ ਕਿਸ ਤਰ੍ਹਾਂ ਹੋਵੇਗਾ, ਕਿੱਦਾਂ ਹੋਵੇਗਾ, ਇਹ ਕਿੱਦਾਂ ਮਿਲੇਗਾ, ਇਹਨਾਂ ਚੀਜ਼ਾਂ ਨੂੰ ਤੁਸੀਂ ਭੁੱਲ ਜਾਓ। ਇਹ ਕੰਮ ਹੈ ਯੂਨੀਵਰਸ ਦਾ। ਮੰਨ ਲਓ ਤੁਸੀਂ ਰਾਤ ਨੂੰ ਕਾਰ ਚਲਾ ਰਹੇ ਹੋ ਅਤੇ ਤੁਸੀਂ ਆਪਣੇ ਘਰ ਜਾਣਾ ਹੈ। ਹੁਣ ਰਾਤ ਨੂੰ ਤੁਸੀਂ ਆਪਣਾ ਘਰ ਦਾ ਰਸਤਾ ਤਾਂ ਕਲੀਅਰ ਨਹੀਂ ਦੇਖ ਸਕਦੇ, ਸਿਰਫ ਓਨਾ ਕੀ ਰਸਤਾ ਦੇਖ ਸਕਦੇ ਹੋ ਜਿੰਨਾ ਕੁ ਹੈੱਡਲਾਈਟ ਦਿਖਾ ਰਹੀ ਹੈ। ਇਸ ਕਰਕੇ ਤੁਸੀਂ ਥੋੜ੍ਹੇ ਸਟੈਪ ਅੱਗੇ ਵੱਧਦੇ ਜਾਂਦੇ ਹੋ ਅਤੇ ਤੁਹਾਡਾ ਵਿਜ਼ਨ ਕਲੀਅਰ ਹੁੰਦਾ ਹੈ ਕਿ ਮੈਂ ਘਰ ਜਾਣਾ ਹੈ ਅਤੇ ਤੁਸੀਂ ਆਪਣੇ ਘਰ ਪਹੁੰਚ ਜਾਂਦੇ ਹੋ। ਜ਼ਿਆਦਾਤਰ ਲੋਕਾਂ ਨੂੰ ਆਪਣੇ ਵਿਜ਼ਨ ਨੂੰ ਲੈ ਕੇ ਦਿਮਾਗ ਵਿੱਚ ਸ਼ੱਕ ਹੁੰਦਾ ਹੈ। ਜੇ ਉਹਨਾਂ ਦੇ ਦਿਮਾਗ ਵਿੱਚ ਸ਼ੱਕ ਰਹੇਗਾ, ਉਹ ਸ਼ੱਕ ਹੀ ਮੈਸੇਜ ਬਣ ਕੇ ਯੂਨੀਵਰਸ ਵਿੱਚ ਜਾਵੇਗਾ। ਤੁਸੀਂ ਬਸ ਭਰੋਸਾ ਰੱਖੋ, ਬਾਕੀ ਕੰਮ ਹੈ ਯੂਨੀਵਰਸ ਦਾ, ਉਹ ਤੁਹਾਡੇ ਲਈ ਖੁਦ ਰਾਸਤੇ ਬਣਾਵੇਗਾ। ਅਗਰ ਹੁਣ ਵੀ ਭਰੋਸਾ ਨਹੀਂ ਹੁੰਦਾ ਕਿ ਵਿਜ਼ੂਅਲਾਈਜੇਸ਼ਨ ਨਾਲ ਕੀ ਹੁੰਦਾ ਹੈ ਕਿ ਸੁਪਨਾ ਦੇਖਿਆ ਅਤੇ ਉਹ ਪੂਰਾ ਹੋ ਗਿਆ, ਵੀ ਐਵੇਂ ਦਾ ਕੁਝ ਹੋ ਸਕਦਾ ਹੈ, ਤਾਂ ਇੱਕ ਬਹੁਤ ਵਧੀਆ ਐਗਜ਼ਾਮਪਲ ਆ, ਤੁਸੀਂ ਰਾਈਟ ਬ੍ਰਦਰ ਦਾ ਨਾਮ ਤਾਂ ਸੁਣਿਆ ਹੋਵੇਗਾ। ਇਹ ਉਹ ਭਰਾ ਸੀ ਜਿਨ੍ਹਾਂ ਨੇ ਪਹਿਲੀ ਵਾਰ ਹਵਾਈ ਜਹਾਜ਼ ਬਣਾਉਣ ਦਾ ਸੁਪਨਾ ਦੇਖਿਆ ਸੀ। ਜੇ ਸੁਪਨਾ ਦੇਖਿਆ ਸੀ ਤਾਂ ਹੀ ਰਿਐਲਿਟੀ ਬਣਿਆ, ਜੇ ਦੇਖਦੇ ਹੀ ਨਹੀਂ ਤਾਂ ਉਹ ਕਿਵੇਂ ਬਣਦਾ। ਦੇਖਣਾ ਜ਼ਰੂਰੀ ਹੈ। ਲਾਅ ਆਫ ਅਟਰੈਕਸ਼ਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਚੰਗਾ ਸੋਚੋ, ਆਪਣੇ ਆਲੇ ਦੁਆਲੇ ਦੀ ਚੀਜ਼ਾਂ ਨੂੰ ਪਿਆਰ ਕਰੋ, ਇੱਜ਼ਤ ਕਰੋ ਅਤੇ ਇੱਕ ਸਮੇਂ ਬਾਅਦ ਚੈੱਕ ਕਰਦੇ ਰਹੋ ਵੀ ਅੱਜ ਮੈਂ ਕਿਵੇਂ ਦਾ ਫੀਲ ਕਰ ਰਿਹਾ ਹਾਂ, ਕਿ ਅੱਜ ਮੈਂ ਕੀ ਅਚੀਵ ਕੀਤਾ। ਇਸੇ ਨਾਲ ਹੀ ਤੁਸੀਂ ਲਾਅ ਆਫ ਅਟਰੈਕਸ਼ਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕਦੇ ਹੋ। ਜ਼ਿੰਦਗੀ ਵਿੱਚ ਜਿੰਨੇ ਵੀ ਮਹਾਨ ਲੋਕ ਹੋਏ ਹਨ, ਉਹਨਾਂ ਸਾਰਿਆਂ ਨੇ ਲਾਅ ਆਫ ਅਟਰੈਕਸ਼ਨ ਦਾ ਯੂਜ਼ ਕੀਤਾ ਹੈ। ਨੈਕਸਟ ਲੈਸਨ ਦੀ ਗੱਲ ਕਰਾਂਗੇ, ਪੈਸਿਆਂ ਦਾ ਸੀਕਰੇਟ। ਪੈਸਿਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ ਉਸ ਦੇ ਬਾਰੇ ਸੋਚ ਕੇ। ਹੁਣ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਕਿ ਪੈਸਿਆਂ ਨੂੰ ਕਿਵੇਂ ਆਕਰਸ਼ਿਤ ਕੀਤਾ ਜਾ ਸਕਦਾ ਹੈ। ਜੈਕ ਨੂੰ ਲਾਅ ਆਫ ਅਟਰੈਕਸ਼ਨ ਬਾਰੇ ਪਤਾ ਲੱਗਿਆ। ਜਿਸ ਟਾਈਮ ਉਸ ਨੂੰ ਪਤਾ ਲੱਗਾ ਵੀ ਲਾਅ ਆਫ ਅਟਰੈਕਸ਼ਨ ਕੀ ਹੁੰਦਾ ਹੈ, ਤਾਂ ਉਸ ਦੀ ਸਾਲਾਨਾ ਇਨਕਮ 8000 ਪਰ ਈਅਰ ਸੀ। ਬਟ ਉਸਨੇ ਆਪਣਾ ਟਾਰਗੇਟ ਰੱਖਿਆ ਸੀ ਕਿ ਮੈਂ ਇਸ ਸਾਲ $1 ਲੱਖ ਸਾਲ ਦਾ ਕਮਾਵਾਂਗਾ। ਅਤੇ ਉਸਨੇ ਕੀ ਕੀਤਾ, ਉਸਨੇ ਆਪਣੀ ਛੱਤ ਉੱਤੇ $1 ਲੱਖ ਦਾ ਚੈੱਕ ਪੇਂਟ ਕਰਾ ਲਿਆ ਅਤੇ ਉਸ ਨੂੰ ਬਾਰ-ਬਾਰ ਦੇਖ ਰਿਹਾ ਸੀ। 1 ਮਹੀਨੇ ਤੱਕ ਉਹ ਉਸ ਚੈੱਕ ਨੂੰ ਦੇਖ ਰਹੇ ਸੀ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੀ, ਪਰ 1 ਮਹੀਨੇ ਤੱਕ ਕੁਝ ਵੀ ਨਹੀਂ ਹੋਇਆ। ਦੇਖ ਰਹੇ ਸੀ ਅਤੇ ਦਿਮਾਗ ਵਿੱਚੋਂ ਵਾਈਬ੍ਰੇਸ਼ਨ ਨਿਕਲ ਰਹੀਆਂ ਸਨ ਕਿ ਕਿਵੇਂ ਕੀਤਾ ਜਾ ਸਕਦਾ ਕਿ ਮੈਂ ਇਸ ਟਾਰਗੇਟ ਨੂੰ ਕਿਵੇਂ ਅਚੀਵ ਕਰ ਸਕਦਾ ਹੈ। ਬਾਰ-ਬਾਰ ਸੋਚਣ ਨਾਲ, ਬਾਰ-ਬਾਰ ਉਸ 'ਤੇ ਫੋਕਸ ਕਰਨ ਨਾਲ ਉਹਨਾਂ ਨੂੰ ਇੱਕ ਆਈਡੀਆ ਮਿਲਿਆ। ਇਹ ਆਈਡੀਆ ਇਹ ਸੀ ਕਿ ਉਹਨਾਂ ਨੇ ਆਪਣੀ ਇੱਕ ਕਿਤਾਬ ਨੂੰ ਪਬਲਿਸ਼ ਕਰਵਾਉਣ ਦਾ ਸੋਚਿਆ। ਵੀ ਉਹਨਾਂ ਨੇ ਸੋਚਿਆ ਕਿ ਅਗਰ ਮੈਂ ਇੰਨੀਆਂ ਕਿਤਾਬਾਂ ਵੇਚਾਂਗਾ ਤਾਂ ਮੇਰਾ ਇਹ ਟਾਰਗੇਟ ਅਚੀਵ ਹੋ ਸਕਦਾ ਹੈ। ਅਤੇ ਇਸ ਤੋਂ ਬਾਅਦ ਉਹ ਇੱਕ ਸੁਪਰ ਮਾਰਕੀਟ ਗਏ ਆਪਣੀ ਬੁੱਕ ਨੂੰ ਫੀਚਰ ਕਰਵਾਉਣ। ਉੱਥੇ ਆਪਣੀ ਬੁੱਕ ਫੀਚਰ ਕਰਵਾਈ ਅਤੇ ਉਸ ਤੋਂ ਬਾਅਦ ਕੁਝ ਹਫ਼ਤਿਆਂ ਬਾਅਦ ਇਹਨਾਂ ਨੇ ਲੈਕਚਰ ਦਿੱਤਾ। ਜਿਸ ਟਾਈਮ ਇਹ ਲੈਕਚਰ ਦੇ ਰਹੇ ਸੀ ਤਾਂ ਉੱਥੇ ਇੱਕ ਲੇਡੀ ਬੈਠੀ ਹੋਈ ਸੀ ਅਤੇ ਜਿਸ ਲੇਡੀ ਨੇ ਇਹਨਾਂ ਦਾ ਲੈਕਚਰ ਸੁਣਿਆ ਅਤੇ ਇਹਨਾਂ ਦੀ ਬੁੱਕ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ। ਇਸ ਲੇਡੀ ਨੇ ਇਹਨਾਂ ਦੀ ਇਸ ਕਿਤਾਬ ਨੂੰ ਇੰਨਾ ਕੁ ਪਸੰਦ ਕੀਤਾ ਅਤੇ ਉਹਨਾਂ ਦੀ ਹੈਲਪ ਕੀਤੀ ਇਹਨਾਂ ਦੀ ਬੁੱਕ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਲ ਕਰਵਾਉਣ ਦੇ ਵਿੱਚ, ਜਿਸ ਕਰਕੇ ਇਹਨਾਂ ਦੀ ਜੋ ਬੁੱਕ ਦੀ ਸੇਲ ਸੀ ਉਸ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਅਤੇ ਬਹੁਤ ਜ਼ਿਆਦਾ ਗਰੋਥ ਦੇ ਨਾਲ ਇਹਨਾਂ ਦੀ ਉਹ ਕਿਤਾਬ ਵਿਕੀ ਅਤੇ ਵੱਡੇ ਲੈਵਲ 'ਤੇ ਕਿਤਾਬ ਨੂੰ ਖਰੀਦਿਆ ਗਿਆ। ਤੁਸੀਂ ਯਕੀਨ ਮੰਨੋਗੇ ਕਿ ਉਹਨਾਂ ਨੇ ਉਸ ਸਾਲ $93,000 ਕਮਾ ਲਏ ਸੀ ਇੱਕ ਸਾਲ ਵਿੱਚ ਉਹ ਕਿਤਾਬ ਨੂੰ ਵੇਚ ਕੇ। ਲੇਕਿਨ ਪਲਟ ਕੇ ਦੇਖੋ ਕਿ ਕਿੱਥੇ $8,000 ਅਤੇ ਕਿੱਥੇ $93,000।
ਤੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਨੂੰ ਕਿਹਾ ਵੀ ਇਹ ਚੀਜ਼ ਕੰਮ ਕਰ ਰਹੀ ਹੈ ਤੇ ਉਹਨਾਂ ਨੇ ਇਸ ਚੀਜ਼ ਨੂੰ ਵੱਡੇ ਲੈਵਲ 'ਤੇ ਕਰਨ ਦਾ ਸੋਚਿਆ। ਉਹਨਾਂ ਨੇ $1 ਮਿਲੀਅਨ ਦਾ ਟਾਰਗੇਟ ਰੱਖਿਆ। ਹੁਣ $1 ਮਿਲੀਅਨ ਮਿਲਿਆ ਜਾਂ ਨਹੀਂ ਮਿਲਿਆ, ਪਰ $1 ਲੱਖ ਤੋਂ ਜ਼ਿਆਦਾ ਕਮਾਇਆ ਹੋਵੇਗਾ 100%। ਹੁਣ ਸੋਚੋ ਕਿ ਲਾਅ ਆਫ ਅਟਰੈਕਸ਼ਨ ਨਾਲ ਕੀ ਨਹੀਂ ਹੋ ਸਕਦਾ। ਅਗਰ ਤੁਸੀਂ ਪੈਸਿਆਂ ਦੇ ਗੋਲ ਸੈੱਟ ਕਰਦੇ ਹੋ ਤਾਂ ਇਸੇ ਤਰ੍ਹਾਂ ਤੁਸੀਂ ਰਿਲੇਸ਼ਨਸ਼ਿਪ ਵਿੱਚ ਵੀ ਇਸ ਦਾ ਗੋਲ ਸੈੱਟ ਕਰ ਦਿੱਤਾ ਹੈ। ਨੈਕਸਟ ਲੈਸਨ ਰਿਲੇਸ਼ਨਸ਼ਿਪ ਦੇ ਉੱਤੇ ਹੀ ਹੈ। ਲੈਸਨ ਨੰਬਰ 4, ਰਿਲੇਸ਼ਨਸ਼ਿਪ ਦਾ ਸੀਕ੍ਰੇਟ। ਇੱਕ ਆਦਮੀ ਸੀ ਜੋ ਆਪਣੀ ਲਾਈਫ ਵਿੱਚ ਖੁਸ਼ੀਆਂ ਚਾਹੁੰਦਾ ਸੀ ਅਤੇ ਬਹੁਤ ਸਾਰਾ ਪਿਆਰ ਚਾਹੁੰਦਾ ਸੀ, ਪਰ ਉਸ ਦੇ ਘਰ ਵਿੱਚ ਅਜਿਹੀਆਂ ਪੇਂਟਿੰਗ ਲੱਗੀਆਂ ਸਨ ਜੋ ਕਿ ਲਾਅ ਆਫ ਅਟਰੈਕਸ਼ਨ ਦੇ ਬਿਲਕੁਲ ਉਲਟ ਸਨ, ਕਿਉਂਕਿ ਉਹ ਪੇਂਟਿੰਗ ਕਿਤੇ ਹੋਰ ਹੀ ਦੇਖ ਰਹੀਆਂ ਸਨ। ਇਸ ਲਾਅ ਆਫ ਅਟਰੈਕਸ਼ਨ ਨੂੰ ਸਮਝਣ ਤੋਂ ਬਾਅਦ ਉਸਨੇ ਆਪਣੇ ਘਰ ਦੀ ਪੇਂਟਿੰਗ ਚੇਂਜ ਕਰਾ ਕੇ ਲਵਿੰਗ ਰਿਲੇਸ਼ਨਸ਼ਿਪ ਵਾਲੀ ਪੇਂਟਿੰਗ ਨੂੰ ਲਗਾ ਦਿੱਤਾ। ਬਹੁਤ ਜਲਦ ਉਸ ਦੀ ਲਾਈਫ ਵਿੱਚ ਉਸ ਦੀ ਲਾਈਫ ਪਾਰਟਨਰ ਆ ਗਈ। ਇਸ ਚੀਜ਼ ਨੂੰ ਦੱਸਣ ਦਾ ਇਹ ਮਤਲਬ ਹੈ ਕਿ ਆਪਣੇ ਐਕਸ਼ਨ ਆਪਣੀ ਪਸੰਦ ਦੇ ਖਿਲਾਫ ਨਾ ਰੱਖਣਾ। 5ਵਾਂ ਲੈਸਨ ਹੈ ਹੈਲਥ ਦਾ ਸੀਕ੍ਰੇਟ। ਅਗਰ ਤੁਸੀਂ ਆਪਣੀ ਲਾਈਫ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ, ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਪੋਜ਼ਿਟਿਵ ਰੱਖੋ। ਬਿਮਾਰੀ 'ਤੇ ਫੋਕਸ ਨਾ ਕਰੋ, ਕਿਉਂਕਿ ਬਿਮਾਰੀ ਓਨਾ ਟਾਈਮ ਹੀ ਰਹਿੰਦੀ ਹੈ ਜਿੰਨਾ ਟਾਈਮ ਉਹ ਸਾਡੇ ਦਿਮਾਗ ਵਿੱਚ ਰਹਿੰਦੀ ਹੈ। ਇਸ ਕਰਕੇ ਬਿਮਾਰੀ 'ਤੇ ਫੋਕਸ ਨਾ ਕਰਦੇ ਹੋਏ ਉਸਨੂੰ ਠੀਕ ਕਰਨ 'ਤੇ ਫੋਕਸ ਕਰੋ। ਐਗਜ਼ਾਮਪਲ ਦੇ ਤੌਰ 'ਤੇ ਮੌਰਿਸ ਈ ਗੁੱਡਮੈਨ ਦਾ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਉਹ ਜ਼ਖਮੀ ਹੋ ਗਏ ਸਨ। ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਬੈੱਡ 'ਤੇ ਕੱਟਣ ਵਾਲੀ ਹੈ, ਲੇਕਿਨ ਕੁਝ ਹੀ ਮਹੀਨਿਆਂ ਵਿੱਚ ਉਹ ਆਪਣੇ ਪੈਰਾਂ 'ਤੇ ਚੱਲ ਕੇ ਹਸਪੀਟਲ ਤੋਂ ਬਾਹਰ ਨਿਕਲੇ ਅਤੇ ਇਸ ਕਰਕੇ ਉਹਨਾਂ ਨੂੰ ਦਾ ਮਿਰੈਕਲ ਮੈਨ ਵੀ ਕਿਹਾ ਜਾਂਦਾ ਹੈ। ਇਹ ਹੈ ਹੈਲਥ ਦਾ ਸੀਕ੍ਰੇਟ। ਇਸ ਤੋਂ ਬਾਅਦ ਲਾਸਟ ਅਤੇ ਫਾਈਨਲ ਲੈਸਨ ਜੋ ਕਿ ਬਹੁਤ ਸਿੰਪਲ ਹੈ, ਥੈਂਕਸ ਗ੍ਰੈਟੀਟਿਊਡ ਐਕਸਪ੍ਰੈਸ ਕਰਨਾ। ਲੇਕਿਨ ਕਦੋਂ ਤੱਕ? ਉਦੋਂ ਤੱਕ ਜਦੋਂ ਤੱਕ ਇਹ ਤੁਹਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਨਹੀਂ ਬਣ ਜਾਂਦਾ। ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ, ਪਰ ਨੈਗੇਟਿਵ ਲੋਕ ਇਹ ਸੋਚਦੇ ਹਨ ਵੀ ਸਾਡੀ ਜ਼ਿੰਦਗੀ ਬਕਵਾਸ ਹੈ। ਉਹ ਨੈਗੇਟਿਵ ਚੀਜ਼ਾਂ ਉੱਤੇ ਫੋਕਸ ਕਰਦੇ ਹਨ, ਆਪਣੇ ਬ੍ਰੇਕਅਪ ਉੱਤੇ ਫੋਕਸ ਕਰਦੇ ਹਨ ਅਤੇ ਸੋਚਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਬਕਵਾਸ ਹੈ ਅਤੇ ਉਹ ਕੁਝ ਵੀ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਇੱਕ ਪੋਜ਼ੀਟਿਵ ਇਨਸਾਨ ਆਪਣੀ ਡੇਲੀ ਲਾਈਫ ਦਾ ਗ੍ਰੈਟੀਟਿਊਡ ਐਕਸਪ੍ਰੈਸ ਕਰਦਾ ਹੈ। ਉਹ ਹਰ ਇੱਕ ਚੀਜ਼ ਦਾ ਧੰਨਵਾਦ ਕਰਦਾ ਹੈ ਜੋ ਵੀ ਉਸ ਕੋਲ ਹੈ, ਚਾਹੇ ਉਸ ਕੋਲ ਕੋਈ ਨਵੀਂ ਓਪਰਚੁਨਿਟੀਜ਼ ਹੈ, ਉਸ ਦਾ ਬਿਜ਼ਨਸ ਹੈ, ਉਸ ਦੀ ਫੈਮਿਲੀ ਹੈ, ਹਰ ਇੱਕ ਚੀਜ਼ ਦਾ ਉਹ ਧੰਨਵਾਦ ਕਰਦਾ ਹੈ ਅਤੇ ਆਪਣੀ ਲਾਈਫ ਨੂੰ ਇੱਕ ਗਿਫਟ ਸਮਝਦਾ ਹੈ। ਹਾਂਜੀ ਦੋਸਤੋ, ਇਹ ਹੈ ਲਾਅ ਆਫ ਅਟਰੈਕਸ਼ਨ ਦੀ ਬੁੱਕ ਸਮਰੀ। ਅਤੇ ਸਾਡੇ ਕ੍ਰੀਏਟਿਵ ਪੰਧੇਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲਣਾ, ਤਾਂ ਕਿ ਜੋ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਜਾਣ। ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ। ਮੈਂ ਆਸ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਤੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਕਮੈਂਟ ਬਾਕਸ ਵਿੱਚ। ਇਹ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਜਦੋਂ ਦੋਸਤੋ ਤੁਸੀਂ ਸਾਡੀ ਵੀਡੀਓ ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਹੋ, ਆਪਣੇ ਵਧੀਆ ਕਮੈਂਟ ਤੁਸੀਂ ਕਰਦੇ ਹੋ, ਤਾਂ ਸੱਚੀ ਸਾਡੀ ਜਿਹੜੀ ਮਿਹਨਤ ਕੀਤੀ ਹੁੰਦੀ ਇਸ ਵੀਡੀਓ ਉੱਤੇ ਜਾਂ ਹਰ ਇੱਕ ਵੀਡੀਓ ਦੇ ਉੱਤੇ ਮਿਹਨਤ ਕੀਤੀ ਹੁੰਦੀ ਆ, ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਜਾਂ ਸਾਨੂੰ ਕੁਝ ਸੁਜੈਸਟ ਕਰਦੇ ਹੋ, ਅਤੇ ਤੁਹਾਡੇ ਸਾਰਿਆਂ ਦੇ ਦਿਲੋਂ ਧੰਨਵਾਦੀ ਹਾਂ ਮੈਂ। ਧੰਨਵਾਦ ਜੀ।